ਹਰਚਰਨ ਸਿੰਘ ਦੇ ਮਾਮਲੇ ਦੇ ਵਿੱਚ ਕੁਝ ਲੋਕ ਅਜਿਹੇ ਕਮੈਂਟ ਕਰ ਰਹੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਦੁੱਖ ਹੁੰਦਾ ਹੈ। ਦੁੱਖ ਇਸ ਕਰਕੇ ਹੁੰਦਾ ਹੈ ਕਿਉਂਕਿ ਸ਼ਾਇਦ ਉਹ ਨਹੀਂ ਚਾਹੁੰਦੇ ਕਿ ਹਰਚਰਨ ਦੇ ਮਾਮਲੇ ਨੂੰ ਅੱਗੇ ਤੱਕ ਲਿਜਾਇਆ ਜਾਵੇ, ਜਾਂ ਤਾਂ ਉਹ ਲੋਕ ਖਾਰ ਖਾਂਦੇ ਨੇ ਜਾਂ ਫਿਰ ਉਹ ਕੁੜੀ ਵਾਲਿਆਂ ਦੇ ਪਾਸੋਂ ਵੀ ਹੋ ਸਕਦੇ ਨੇ। ਸਭ ਤੋਂ ਪਹਿਲਾਂ ਤੁਹਾਨੂੰ ਸਾਵਧਾਨ ਕਰਨਾ ਚਾਹੁੰਦੇ ਹਾਂ ਅਜਿਹੇ ਲੋਕਾਂ ਤੋਂ ਜਿਹੜੇ ਕਿ ਜਾਣ-ਬੁੱਝ ਕੇ ਗਲਤ ਕਮੈਂਟ ਕਰਕੇ ਹਰਚਰਨ ਨੂੰ ਇਨਸਾਫ ਦਿਵਾਉਣ ਦੇ ਵਿੱਚ ਰੁਕਾਵਟ ਬਣ ਰਹੇ ਨੇ। ਦੱਸਦੇ ਕਿ ਇਸ ਮਾਮਲੇ ਦੇ ਬਾਬਤ ਹਰਚਰਨ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਿਸ ਤਰ੍ਹਾਂ ਦੱਸਿਆ ਗਿਆ ਸੀ ਕਿ ਇਹ ਇੱਕ ਪ੍ਰੀ ਪਲਾਨਡ ਮਰਡਰ ਹੈ, ਜਿਸ ਦੇ ਵਿੱਚ ਹਰਚਰਨ ਨੂੰ ਪਹਿਲਾਂ ਕੁੜੀ ਦੇ ਵੱਲੋਂ ਘਰ ਬੁਲਾਇਆ ਗਿਆ ਅਤੇ ਉਸ ਤੋਂ ਬਾਅਦ ਉਸ ਦੇ ਨਾਲ ਮਾਰ-ਕੁੱਟ ਕੀਤੀ ਗਈ ਸੀ ਸ਼ਰਾਬੀ ਹਾਲਤ ਦੇ ਵਿੱਚ ਚਾਚੇ ਦੇ ਵੱਲੋਂ। ਇਹ ਸਾਰੇ ਇਲਜ਼ਾਮ ਕੁੜੀ ਦੇ ਪਰਿਵਾਰਕ ਮੈਂਬਰਾਂ ਤੇ ਲੱਗੇ ਸਨ ਅਤੇ ਉਸ ਤੋਂ ਬਾਅਦ ਦੱਸਿਆ ਗਿਆ ਸੀ ਕਿ ਹਰਚਰਨ ਦੇ ਸੱਟਾਂ ਵੀ ਲੱਗੀਆਂ ਹੋਈਆਂ ਸਨ। ਭਾਵੇਂ ਹਰਚਰਨ ਨੂੰ ਇਸ ਦੁਨੀਆ ਤੋਂ ਰੁਖਸਤ ਕਰ ਦਿੱਤਾ ਗਿਆ, ਪਰ ਉਸ ਦੀ ਲਾਸ਼ ਇਹ ਸਭ ਕੁਝ ਬਿਆਨ ਕਰ ਰਹੀ ਹੈ, ਜਿਸ ਤੋਂ ਬਾਅਦ ਘਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਐਡੀਸ਼ਨਲ ਐਸਪੀ ਦੇ ਨਾਲ ਜਦੋਂ ਸਲਾਹ ਮਸ਼ਵਰਾ ਘਰਦਿਆਂ ਦੇ ਵੱਲੋਂ ਕੀਤਾ ਗਿਆ ਤੇ ਦੱਸਿਆ ਗਿਆ ਕਿ ਅਸੀਂ ਪੁਲਿਸ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹਾਂ, ਤਾਂ ਉਹਨਾਂ ਦੇ ਵੱਲੋਂ ਐਪਲੀਕੇਸ਼ਨ ਲਿਖੀ ਗਈ, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਅਸੀਂ ਕ੍ਰਾਈਮ ਬ੍ਰਾਂਚ ਦੇ ਕੋਲੋਂ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਉਣਾ ਚਾਹੁੰਦੇ ਹਾਂ ਅਤੇ ਇਸ ਮਾਮਲੇ ਦੇ ਵਿੱਚ ਸਿੱਟ ਵੀ ਬਣਾ ਦਿੱਤੀ ਗਈ। ਸਿੱਟ ਦੇ ਵੱਲੋਂ ਇਸ ਸਾਰੇ ਮਾਮਲੇ ਦੀ ਪੁੱਛ ਪੜਤਾਲ ਕੀਤੀ ਗਈ ਹੈ। ਦੱਸਦੇ ਕਿ ਦੀਵਾਲੀ ਤੋਂ ਪਹਿਲਾਂ ਹੀ ਡੂੰਘਾਈ ਦੇ ਨਾਲ ਜਾਂਚ ਸ਼ੁਰੂ ਹੋ ਚੁੱਕੀ ਸੀ, ਪਰ ਬਾਅਦ ਦੇ ਵਿੱਚ ਛੁੱਟੀਆਂ ਆਉਣ ਕਰਕੇ ਕੁਝ ਵਿਘਨ ਜ਼ਰੂਰ ਪਿਆ। ਪਰ ਹੁਣ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਕੁਝ ਦਿਨਾਂ ਦੇ ਵਿੱਚ ਇੱਕ ਵੱਡੀ ਰਿਪੋਰਟ ਸਾਹਮਣੇ ਆਵੇਗੀ। ਸਿੱਟ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਜਾਂਚ ਕੀਤੀ ਗਈ ਹੈ, ਉਸ ਦੀ ਰਿਪੋਰਟ ਚੰਦ ਦਿਨਾਂ ਦੇ ਵਿੱਚ ਸਾਹਮਣੇ ਆਉਣ ਵਾਲੀ ਹੈ। ਨਵੰਬਰ ਦੇ ਅਖੀਰ ਦਾ ਸਮਾਂ ਹੀ ਦਿੱਤਾ ਗਿਆ ਸੀ। ਦੱਸਦੇ ਕਿ ਜਾਂਚ ਦੇ ਵਿੱਚ ਇਹ ਦੇਖਣਾ ਵਧੇਰੇ ਲਾਜ਼ਮੀ ਹੋਵੇਗਾ ਕਿ ਇਸ ਦੇ ਵਿੱਚ ਕੀ ਲਿਖਿਆ ਗਿਆ ਕਿ ਹਰਚਰਨ ਦੀ ਮੌਤ ਕਿਵੇਂ ਹੋਈ ਹੈ। ਪਹਿਲਾਂ ਜਦੋਂ FIR ਦਰਜ ਕਰਵਾਈ ਗਈ ਸੀ ਤਾਂ ਉਸ ਦੇ ਵਿੱਚ FIR ਲਿਖਵਾਉਣ ਸਮੇਂ ਇਹ ਲਿਖਿਆ ਗਿਆ ਸੀ ਕਿ ਹਰਚਰਨ ਦੇ ਨਾਲ ਮਾਰਕੁੱਟ ਕੀਤੀ ਗਈ, ਉਸਦਾ ਕਤਲ ਕੀਤਾ ਗਿਆ, ਸਿਰਫ ਕਰੰਟ ਲੱਗਣ ਨਾਲ ਉਸ ਦੀ ਮੌਤ ਨਹੀਂ ਹੋਈ, ਜਦੋਂ ਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਸਿਰਫ ਕਰੰਟ ਲੱਗਣਾ ਹੀ ਦੱਸਿਆ ਗਿਆ। ਹੁਣ ਸਿੱਟ ਦੀ ਰਿਪੋਰਟ ਦੇ ਵਿੱਚ ਕੀ ਆਉਂਦਾ ਹੈ ਕਾਫੀ ਜ਼ਿਆਦਾ ਅਹਿਮ ਹੈ, ਕਿਉਂਕਿ ਇਸ ਦੇ ਆਧਾਰ ਤੇ ਹੀ ਅੱਗੇ ਜੇਕਰ ਹਰਚਰਨ ਦੇ ਕਤਲ ਦੇ ਮਾਮਲੇ ਦੇ ਵਿੱਚ ਕਾਤਲ ਸਾਹਮਣੇ ਆ ਜਾਂਦੇ ਨੇ, ਸਾਬਿਤ ਹੋ ਜਾਂਦਾ ਹੈ ਕਿ ਇਹ ਕਤਲ ਸੀ, ਤਾਂ ਉਸ ਦੇ ਵਿੱਚ ਇੱਕ ਵੱਡੀ ਸਜ਼ਾ ਮਿਲ ਸਕਦੀ ਹੈ ਜਦੋਂ ਸਿੱਟ ਦੀ ਰਿਪੋਰਟ ਸਾਹਮਣੇ ਆਵੇਗੀ। ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਸਨ ਕਿ ਪੁਰਾਣੀ ਬਣੀ ਹੋਈ ਰਿਪੋਰਟ ਦੇ ਆਧਾਰ ਤੇ ਹੀ ਨਤੀਜਾ ਕੱਢਿਆ ਜਾਵੇਗਾ ਜਾਂ ਫਿਰ ਸਿੱਟ ਦੇ ਵੱਲੋਂ ਨਵੀਂ ਤਰੀਕੇ ਤੋਂ ਨਵੀਂ ਸ਼ੁਰੂਆਤ ਤੋਂ ਹੀ ਜਾਂਚ ਕੀਤੀ ਜਾਵੇਗੀ। ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਸਨ ਕਿ ਜੇਕਰ ਹਰਚਰਨ ਨੂੰ ਕਰੰਟ ਲੱਗਿਆ ਸੀ ਤਾਂ ਫਿਰ ਉਹ ਤਾਰ ਕਿੱਥੇ ਗਈ, ਤਾਰ ਜੇਕਰ ਕਰੰਟ ਦੇ ਰਾਹੀਂ ਹੀ ਉਸ ਦੀ ਮੌਤ ਹੋਈ ਹੈ ਤਾਂ ਤਾਰ ਦੋਹਾਂ ਪਾਸੇ ਕਿਵੇਂ ਲੱਗੀ, ਜਾਂ ਤਾਂ ਸਿਰਫ ਅੱਗੇ ਲੱਗਣੀ ਚਾਹੀਦੀ ਸੀ ਲੱਤਾਂ ਦੇ ਜਾਂ ਫਿਰ ਸਿਰਫ ਪਿੱਛੇ, ਪਰ ਉਸਦੇ ਦੋਹਾਂ ਪਾਸੇ ਹੀ ਕਰੰਟ ਦੀ ਤਾਰ ਤੇ ਨਿਸ਼ਾਨ ਦੇਖੇ ਗਏ, ਜਿਸ ਤੋਂ ਬਾਅਦ ਘਰਦਿਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਸ਼ੱਕ ਹੈ ਕਿ ਇਹ ਪ੍ਰੀ ਪਲਾਨਡ ਮਰਡਰ ਕੀਤਾ ਗਿਆ। ਖੂਨ ਕਿਵੇਂ ਆਇਆ ਹਰਚਰਨ ਦੀ ਬਾਡੀ ਦੇ ਵਿੱਚੋਂ, ਇਹ ਵੀ ਇੱਕ ਸਵਾਲ ਖੜਾ ਹੁੰਦਾ ਹੈ। ਬਾਹਾਂ ਤੇ ਗਰਦਨ ਤੇ ਨਿਸ਼ਾਨ ਸਨ ਅਤੇ ਹਰਚਰਨ ਦੇ ਮਾਮਲੇ ਦੇ ਵਿੱਚ ਜਲਦ ਹੀ ਵੱਡੀ ਕਾਰਵਾਈ ਹੋਵੇਗੀ, ਇਸ ਨੂੰ ਜ਼ਰੂਰ ਕਿਹਾ ਜਾ ਸਕਦਾ ਹੈ, ਕਿਉਂਕਿ ਬੇਸ਼ੱਕ ਕਾਨੂੰਨ ਇਨਸਾਫ ਦੇ ਵਿੱਚ ਦੇਰੀ ਕਰਦਾ ਹੈ ਪਰ ਇਸ ਦੇ ਵਿੱਚ ਅੰਧੇਰੀ ਨਹੀਂ ਹੁੰਦੀ। ਇਨਸਾਫ ਹਮੇਸ਼ਾ ਮਿਲ ਕੇ ਰਹਿੰਦਾ ਹੈ। ਸੱਚ ਇਸ ਵਾਰ ਪਰਦੇ ਪਾਰ ਕੇ ਬਾਹਰ ਆਵੇਗਾ ਤੇ ਪਤਾ ਲੱਗੇਗਾ ਲੋਕਾਂ ਨੂੰ ਕਿ ਆਖਿਰਕਾਰ ਇਹ ਸਾਰਾ ਮਾਮਲਾ ਜਿਹੜਾ 8 ਸਤੰਬਰ ਨੂੰ ਘਟਿਆ ਸੀ ਉਸ ਦੇ ਵਿੱਚ ਉਸ ਦਰਮਿਆਨ ਹੋਇਆ ਕੀ ਸੀ। ਚੰਦ ਦਿਨਾਂ ਦੀ ਗੱਲ ਹੈ, ਕੁਝ ਦਿਨਾਂ ਬਾਅਦ ਹੋ ਸਕਦਾ ਦਸੰਬਰ ਦੇ ਸ਼ੁਰੂਆਤੀ ਹਫਤੇ ਦੇ ਵਿੱਚ ਹੀ ਸਾਰੀ ਰਿਪੋਰਟ ਲੋਕਾਂ ਤੱਕ ਜਨਤਕ ਕਰ ਦਿੱਤੀ ਜਾਵੇ, ਲੋਕਾਂ ਤੱਕ ਇਸ ਬਾਰੇ ਖਬਰ ਪਹੁੰਚ ਜਾਵੇ, ਕਿਉਂਕਿ ਘਰ ਪਰਿਵਾਰ ਦੇ ਨਾਲ ਕੁਝ ਹੋਰ ਸਮਾਜ ਸੇਵੀ ਵੀ ਇਸ ਮਾਮਲੇ ਨੂੰ ਲੈ ਕੇ ਜੁੜੇ ਹੋਏ ਨੇ। ਉਹਨਾਂ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਇਨਸਾਫ ਦਿਵਾਇਆ ਜਾਵੇ। ਸਾਰੇ ਲੋਕਾਂ ਦਾ ਇੱਕ ਵਾਰ ਫਿਰ ਤੋਂ ਧੰਨਵਾਦ ਜਿਹੜੇ ਕਿ ਹੁਣ ਵੀ ਹਰਚਰਨ ਦੇ ਮਾਮਲੇ ਦੇ ਨਾਲ ਜੁੜੇ ਹੋਏ ਨੇ। ਜਸਟਿਸ ਫॉर ਹਰਚਰਨ ਹੁਣ ਵੀ ਲਿਖ ਰਹੇ ਨੇ ਤਾਂ ਕਿ ਹਰਚਰਨ ਨੂੰ ਇਨਸਾਫ ਦਿਵਾਇਆ ਜਾ ਸਕੇ। ਇੱਕ ਕਮੈਂਟ, ਇੱਕ ਕਹੀ ਹੋਈ ਗੱਲ ਇਸ ਕਰਕੇ ਅਹਿਮੀਅਤ ਰੱਖਦੀ ਹੈ ਕਿਉਂਕਿ ਇਸ ਦੇ ਨਾਲ ਪਤਾ ਚੱਲਦਾ ਹੈ, ਲੋਕਾਂ ਦੀ ਨਿਗਾਹ ਦੇ ਵਿੱਚ ਆਉਂਦਾ ਇਹ ਕੇਸ ਕਿ ਅਜਿਹਾ ਕੋਈ ਘਟਨਾ ਵਾਪਰੀ ਸੀ ਤੇ ਅੱਗੇ ਤੋਂ ਵੀ ਅਜਿਹੀ ਘਟਨਾ ਨਾ ਵਾਪਰੇ। ਇਸ ਦੇ ਲਈ ਇਸ ਮਾਮਲੇ ਦੇ ਵਿੱਚ ਇਨਸਾਫ ਲੈਣਾ ਅਤੇ ਇੱਕ ਸਬਕ ਲੈਣਾ ਵੀ ਬਹੁਤ ਜ਼ਰੂਰੀ ਹੈ। ਹਰਚਰਨ ਸਿੰਘ ਦੇ ਮਾਮਲੇ ਦੇ ਵਿੱਚ ਕੁਝ ਲੋਕ ਅਜਿਹੇ ਕਮੈਂਟ ਕਰ ਰਹੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਦੁੱਖ ਹੁੰਦਾ ਹੈ। ਦੁੱਖ ਇਸ ਕਰਕੇ ਹੁੰਦਾ ਹੈ ਕਿਉਂਕਿ ਸ਼ਾਇਦ ਉਹ ਨਹੀਂ ਚਾਹੁੰਦੇ ਕਿ ਹਰਚਰਨ ਦੇ ਮਾਮਲੇ ਨੂੰ ਅੱਗੇ ਤੱਕ ਲਿਜਾਇਆ ਜਾਵੇ, ਜਾਂ ਤਾਂ ਉਹ ਲੋਕ ਖਾਰ ਖਾਂਦੇ ਨੇ ਜਾਂ ਫਿਰ ਉਹ ਕੁੜੀ ਵਾਲਿਆਂ ਦੇ ਪਾਸੋਂ ਵੀ ਹੋ ਸਕਦੇ ਨੇ।
ਸਭ ਤੋਂ ਪਹਿਲਾਂ ਤੁਹਾਨੂੰ ਸਾਵਧਾਨ ਕਰਨਾ ਚਾਹੁੰਦੇ ਹਾਂ ਅਜਿਹੇ ਲੋਕਾਂ ਤੋਂ ਜਿਹੜੇ ਕਿ ਜਾਣ-ਬੁੱਝ ਕੇ ਗਲਤ ਕਮੈਂਟ ਕਰਕੇ ਹਰਚਰਨ ਨੂੰ ਇਨਸਾਫ ਦਿਵਾਉਣ ਦੇ ਵਿੱਚ ਰੁਕਾਵਟ ਬਣ ਰਹੇ ਨੇ। ਦੱਸਦੇ ਕਿ ਇਸ ਮਾਮਲੇ ਦੇ ਬਾਬਤ ਹਰਚਰਨ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਿਸ ਤਰ੍ਹਾਂ ਦੱਸਿਆ ਗਿਆ ਸੀ ਕਿ ਇਹ ਇੱਕ ਪ੍ਰੀ ਪਲਾਨਡ ਮਰਡਰ ਹੈ, ਜਿਸ ਦੇ ਵਿੱਚ ਹਰਚਰਨ ਨੂੰ ਪਹਿਲਾਂ ਕੁੜੀ ਦੇ ਵੱਲੋਂ ਘਰ ਬੁਲਾਇਆ ਗਿਆ ਅਤੇ ਉਸ ਤੋਂ ਬਾਅਦ ਉਸ ਦੇ ਨਾਲ ਮਾਰ-ਕੁੱਟ ਕੀਤੀ ਗਈ ਸੀ ਸ਼ਰਾਬੀ ਹਾਲਤ ਦੇ ਵਿੱਚ ਚਾਚੇ ਦੇ ਵੱਲੋਂ। ਇਹ ਸਾਰੇ ਇਲਜ਼ਾਮ ਕੁੜੀ ਦੇ ਪਰਿਵਾਰਕ ਮੈਂਬਰਾਂ ਤੇ ਲੱਗੇ ਸਨ ਅਤੇ ਉਸ ਤੋਂ ਬਾਅਦ ਦੱਸਿਆ ਗਿਆ ਸੀ ਕਿ ਹਰਚਰਨ ਦੇ ਸੱਟਾਂ ਵੀ ਲੱਗੀਆਂ ਹੋਈਆਂ ਸਨ। ਭਾਵੇਂ ਹਰਚਰਨ ਨੂੰ ਇਸ ਦੁਨੀਆ ਤੋਂ ਰੁਖਸਤ ਕਰ ਦਿੱਤਾ ਗਿਆ, ਪਰ ਉਸ ਦੀ ਲਾਸ਼ ਇਹ ਸਭ ਕੁਝ ਬਿਆਨ ਕਰ ਰਹੀ ਹੈ, ਜਿਸ ਤੋਂ ਬਾਅਦ ਘਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਐਡੀਸ਼ਨਲ ਐਸਪੀ ਦੇ ਨਾਲ ਜਦੋਂ ਸਲਾਹ ਮਸ਼ਵਰਾ ਘਰਦਿਆਂ ਦੇ ਵੱਲੋਂ ਕੀਤਾ ਗਿਆ ਤੇ ਦੱਸਿਆ ਗਿਆ ਕਿ ਅਸੀਂ ਪੁਲਿਸ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹਾਂ, ਤਾਂ ਉਹਨਾਂ ਦੇ ਵੱਲੋਂ ਐਪਲੀਕੇਸ਼ਨ ਲਿਖੀ ਗਈ, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਅਸੀਂ ਕ੍ਰਾਈਮ ਬ੍ਰਾਂਚ ਦੇ ਕੋਲੋਂ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਉਣਾ ਚਾਹੁੰਦੇ ਹਾਂ ਅਤੇ ਇਸ ਮਾਮਲੇ ਦੇ ਵਿੱਚ ਸਿੱਟ ਵੀ ਬਣਾ ਦਿੱਤੀ ਗਈ। ਸਿੱਟ ਦੇ ਵੱਲੋਂ ਇਸ ਸਾਰੇ ਮਾਮਲੇ ਦੀ ਪੁੱਛ ਪੜਤਾਲ ਕੀਤੀ ਗਈ ਹੈ। ਦੱਸਦੇ ਕਿ ਦੀਵਾਲੀ ਤੋਂ ਪਹਿਲਾਂ ਹੀ ਡੂੰਘਾਈ ਦੇ ਨਾਲ ਜਾਂਚ ਸ਼ੁਰੂ ਹੋ ਚੁੱਕੀ ਸੀ, ਪਰ ਬਾਅਦ ਦੇ ਵਿੱਚ ਛੁੱਟੀਆਂ ਆਉਣ ਕਰਕੇ ਕੁਝ ਵਿਘਨ ਜ਼ਰੂਰ ਪਿਆ। ਪਰ ਹੁਣ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਕੁਝ ਦਿਨਾਂ ਦੇ ਵਿੱਚ ਇੱਕ ਵੱਡੀ ਰਿਪੋਰਟ ਸਾਹਮਣੇ ਆਵੇਗੀ। ਸਿੱਟ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਜਾਂਚ ਕੀਤੀ ਗਈ ਹੈ, ਉਸ ਦੀ ਰਿਪੋਰਟ ਚੰਦ ਦਿਨਾਂ ਦੇ ਵਿੱਚ ਸਾਹਮਣੇ ਆਉਣ ਵਾਲੀ ਹੈ। ਨਵੰਬਰ ਦੇ ਅਖੀਰ ਦਾ ਸਮਾਂ ਹੀ ਦਿੱਤਾ ਗਿਆ ਸੀ। ਦੱਸਦੀ ਹੈ ਕਿ ਜਾਂਚ ਦੇ ਵਿੱਚ ਇਹ ਦੇਖਣਾ ਵਧੇਰੇ ਲਾਜ਼ਮੀ ਹੋਵੇਗਾ ਕਿ ਇਸ ਦੇ ਵਿੱਚ ਕੀ ਲਿਖਿਆ ਗਿਆ ਕਿ ਹਰਚਰਨ ਦੀ ਮੌਤ ਕਿਵੇਂ ਹੋਈ ਹੈ। ਪਹਿਲਾਂ ਜਦੋਂ FIR ਦਰਜ ਕਰਵਾਈ ਗਈ ਸੀ ਤਾਂ ਉਸ ਦੇ ਵਿੱਚ FIR ਲਿਖਵਾਉਣ ਸਮੇਂ ਇਹ ਲਿਖਿਆ ਗਿਆ ਸੀ ਕਿ ਹਰਚਰਨ ਦੇ ਨਾਲ ਮਾਰਕੁੱਟ ਕੀਤੀ ਗਈ, ਉਸਦਾ ਕਤਲ ਕੀਤਾ ਗਿਆ। ਸਿਰਫ ਕਰੰਟ ਲੱਗਣ ਨਾਲ ਉਸਦੀ ਮੌਤ ਨਹੀਂ ਹੋਈ, ਜਦੋਂ ਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਸਿਰਫ ਕਰੰਟ ਲੱਗਣਾ ਹੀ ਦੱਸਿਆ ਗਿਆ। ਹੁਣ ਸਿੱਟ ਦੀ ਰਿਪੋਰਟ ਦੇ ਵਿੱਚ ਕੀ ਆਉਂਦਾ ਹੈ ਕਾਫੀ ਜ਼ਿਆਦਾ ਅਹਿਮ ਹੈ, ਕਿਉਂਕਿ ਇਸ ਦੇ ਆਧਾਰ ਤੇ ਹੀ ਅੱਗੇ ਜੇਕਰ ਹਰਚਰਨ ਦੇ ਕਤਲ ਦੇ ਮਾਮਲੇ ਦੇ ਵਿੱਚ ਕਾਤਲ ਸਾਹਮਣੇ ਆ ਜਾਂਦੇ ਨੇ, ਸਾਬਿਤ ਹੋ ਜਾਂਦਾ ਹੈ ਕਿ ਇਹ ਕਤਲ ਸੀ, ਤਾਂ ਉਸ ਦੇ ਵਿੱਚ ਇੱਕ ਵੱਡੀ ਸਜ਼ਾ ਮਿਲ ਸਕਦੀ ਹੈ। ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਸਨ ਕਿ ਪੁਰਾਣੀ ਬਣੀ ਹੋਈ ਰਿਪੋਰਟ ਦੇ ਆਧਾਰ ਤੇ ਹੀ ਨਤੀਜਾ ਕੱਢਿਆ ਜਾਵੇਗਾ ਜਾਂ ਫਿਰ ਸਿੱਟ ਦੇ ਵੱਲੋਂ ਨਵੀਂ ਤਰੀਕੇ ਤੋਂ ਨਵੀਂ ਸ਼ੁਰੂਆਤ ਤੋਂ ਹੀ ਜਾਂਚ ਕੀਤੀ ਜਾਵੇਗੀ। ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਸਨ ਕਿ ਜੇਕਰ ਹਰਚਰਨ ਨੂੰ ਕਰੰਟ ਲੱਗਿਆ ਸੀ ਤਾਂ ਫਿਰ ਉਹ ਤਾਰ ਕਿੱਥੇ ਗਈ। ਤਾਰ ਜੇਕਰ ਕਰੰਟ ਦੇ ਰਾਹੀਂ ਹੀ ਉਸ ਦੀ ਮੌਤ ਹੋਈ ਹੈ ਤਾਂ ਤਾਰ ਦੋਹਾਂ ਪਾਸੇ ਕਿਵੇਂ ਲੱਗੀ, ਜਾਂ ਤਾਂ ਸਿਰਫ ਅੱਗੇ ਲੱਗਣੀ ਚਾਹੀਦੀ ਸੀ ਲੱਤਾਂ ਦੇ ਜਾਂ ਫਿਰ ਸਿਰਫ ਪਿੱਛੇ, ਪਰ ਉਸਦੇ ਦੋਹਾਂ ਪਾਸੇ ਹੀ ਕਰੰਟ ਦੀ ਤਾਰ ਦੇ ਨਿਸ਼ਾਨ ਦੇਖੇ ਗਏ, ਜਿਸ ਤੋਂ ਬਾਅਦ ਘਰਦਿਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਸ਼ੱਕ ਹੈ ਕਿ ਇਹ ਪ੍ਰੀ ਪਲਾਨਡ ਮਰਡਰ ਕੀਤਾ ਗਿਆ। ਖੂਨ ਕਿਵੇਂ ਆਇਆ ਹਰਚਰਨ ਦੀ ਬਾਡੀ ਦੇ ਵਿੱਚੋਂ, ਇਹ ਵੀ ਇੱਕ ਸਵਾਲ ਖੜਾ ਹੁੰਦਾ ਹੈ। ਬਾਹਾਂ ਤੇ ਗਰਦਨ ਤੇ ਨਿਸ਼ਾਨ ਸਨ ਅਤੇ ਹਰਚਰਨ ਦੇ ਮਾਮਲੇ ਦੇ ਵਿੱਚ ਜਲਦ ਹੀ ਵੱਡੀ ਕਾਰਵਾਈ ਹੋਵੇਗੀ, ਇਸ ਨੂੰ ਜ਼ਰੂਰ ਕਿਹਾ ਜਾ ਸਕਦਾ ਹੈ, ਕਿਉਂਕਿ ਬੇਸ਼ੱਕ ਕਾਨੂੰਨ ਇਨਸਾਫ ਦੇ ਵਿੱਚ ਦੇਰੀ ਕਰਦਾ ਹੈ, ਪਰ ਇਸ ਦੇ ਵਿੱਚ ਅੰਧੇਰੀ ਨਹੀਂ ਹੁੰਦੀ।